ਰੋਜ਼ਾਨਾ ਲੋਕਨਾਥ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਇਮਰਾਨ ਖਾਨ। ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਅਹਿਮ ਤੇ ਵੱਡੀਆਂ ਖਬਰਾਂ। ਅੱਜ ਅਸੀਂ ਗੱਲਬਾਤ ਕਰਾਂਗੇ ਸਿਆਸਤ ਦੀ, ਕਿਉਂਕਿ ਵੋਟਾਂ ਭਾਵੇਂ ਪੈ ਚੁੱਕੀਆਂ ਨੇ ਪਰ ਹਾਲੇ ਵੀ ਹਰ ਕੋਈ ਇਹ ਜਾਣਨਾ ਚਾਹੁੰਦਾ ਕਿ ਕਿਹੜੀ ਪਾਰਟੀ ਸੱਤਾ ਦਾ ਨਿੱਘ ਮਾਣੇਗੀ, ਕਿਹੜੀ ਪਾਰਟੀ ਲੋਕਾਂ ਤੇ 5 ਸਾਲ ਰਾਜ ਕਰੇਗੀ। ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸਪਸ਼ਟ ਤੇ ਸਟੀਕ ਜਾਣਕਾਰੀ ਤੁਹਾਨੂੰ ਦੇਵਾਂਗੇ, ਤੱਥਾਂ ਦੇ ਆਧਾਰ ਤੇ ਉੱਤੇ ਜਾਣਕਾਰੀ ਦੇਵਾਂਗੇ ਕਿ ਕਿਹੜੀ ਪਾਰਟੀ ਸੱਤਾ ਤੇ ਕਾਬਜ ਹੋਵੇਗੀ, ਕਿਹੜੀ ਪਾਰਟੀ ਲੋਕਾਂ ਤੇ 2022 ਤੋਂ ਲੈ ਕੇ 27 ਤੱਕ ਰਾਜ ਕਰੇਗੀ, ਕਿ ਕਿਹੜੀ ਪਾਰਟੀਆਂ ਮਿਲ ਕੇ ਆਪਸ ਦੇ ਵਿੱਚ ਸਰਕਾਰ ਬਣਾਉਂਦੀਆਂ ਨੇ ਜਾਂ ਫਿਰ ਕੋਈ ਇਕੱਲੀ ਪਾਰਟੀ ਸਰਕਾਰ ਬਣਾਵੇਗੀ। ਸਾਰੇ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਪ੍ਰੋਫੈਸਰ ਡਾਕਟਰ ਭੀਮ ਸਿੰਘ ਮੌਜੂਦ ਨੇ। ਗੱਲਬਾਤ ਕਰਨ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ 'ਚ। बहुत बहुत शुक्रिया, मेहरबानी, धन्यवाद खान साहब। ਡਾਕਟਰ ਸਾਹਿਬ ਸਵਾਲ ਹਾਲੇ ਵੀ ਉਹੀ ਨੇ, ਹਰ ਕੋਈ ਇਹੀ ਗੱਲ ਕਰਦਾ, ਜਿੱਥੇ ਵੀ ਆਪਾਂ ਵੀ ਜੇਕਰ ਕਿਤੇ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਇਹੀ ਸਵਾਲ ਹੁੰਦਾ ਅੱਜ ਫਿਰ ਹੁਣ ਕੀ ਚੱਲ ਰਿਹਾ, ਕਿਹੜੀ ਪਾਰਟੀ ਅੱਗੇ ਜਾ ਸਕਦੀ ਆ, ਕਿਸ ਦੀ ਸਰਕਾਰ ਬਣ ਸਕਦੀ ਆ। ਯਾਨੀ ਕਿ ਖਬਰ ਦੀ ਗੱਲ ਕਰੀਏ ਤਾਂ ਹਰ ਦਿਨ ਇਹੀ ਖਬਰ ਹੁੰਦੀ ਆ, ਲੋਕਾਂ ਦੀ ਜ਼ੁਬਾਨ ਦੇ ਉੱਤੇ ਇਹੀ ਸਵਾਲ ਹੁੰਦੇ ਨੇ ਫਿਰ ਹੁਣ ਕੀ ਬਣੇਗਾ। ਹੁਣ ਵੋਟਾਂ ਵੀ ਪੈ ਗਈਆਂ, ਸਰਕਾਰ ਕਿਸ ਦੀ ਬਣੇਗੀ, 59 ਦਾ ਅੰਕੜਾ ਬੜਾ ਮੁਸ਼ਕਿਲ ਹੁੰਦਾ ਤੇ ਫਿਰ ਕਿਵੇਂ ਬਣੇਗੀ ਸਰਕਾਰ। ਇਹ ਗੱਲਾਂ ਹੁੰਦੀਆਂ ਨੇ, ਹਰ ਕੋਈ ਇਹੀ ਸਵਾਲ ਕਰਦਾ, ਹਰ ਕਿਸੇ ਦੇ ਮਨ ਦੇ ਵਿੱਚ ਇਹੀ ਸਵਾਲ ਨੇ, ਇਹੀ ਵਿਚਾਰ ਨੇ। ਤਾਂ ਹੁਣ ਕੀ ਲੱਗਦਾ, ਕਿਉਂਕਿ ਸੰਕੇਤ ਜਿਹੜੇ ਮਿਲ ਰਹੇ ਨੇ ਕਿ ਕੁਝ ਪਾਰਟੀਆਂ ਜਿਹੜੀਆਂ ਨੇ ਗੱਠਜੋੜ ਕਰਕੇ ਸਰਕਾਰ ਬਣਾ ਸਕਦੀ ਆ, ਤੇ ਕਿਵੇਂ ਹੋ ਸਕਦਾ ਤੇ ਕਿਹੜੀ ਪਾਰਟੀ ਆ ਸਰਕਾਰ ਬਣਾ ਸਕਦੀ ਆ ਗੱਠਜੋੜ ਕਰਕੇ। ਖਾਨ ਸਾਹਿਬ ਦੇਖੋ, ਗੱਠਜੋੜ ਦੀਆਂ ਸੰਭਾਵਨਾਵਾਂ ਤਾਂ ਹਮੇਸ਼ਾ ਹੀ ਬਣੀਆਂ ਰਹਿੰਦੀਆਂ ਨੇ। ਜਿਵੇਂ ਤੁਸੀਂ ਦੱਸਿਆ ਹੈ ਕਿ ਅਕਾਲੀ ਦਲ ਬੀਜੇਪੀ ਨਾਲ ਗੱਠਜੋੜ ਕਰ ਸਕਦਾ ਹੈ, ਆਮ ਆਦਮੀ ਪਾਰਟੀ ਕਾਂਗਰਸ ਨਾਲ ਗੱਠਜੋੜ ਕਰ ਸਕਦੀ ਹੈ। ਇਸੇ ਤਰ੍ਹਾਂ ਹੋਰ ਕਾਫੀ ਸੰਭਾਵਨਾਵਾਂ ਆਪਾਂ ਦੇਖ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਖਾਸ ਤੌਰ ਤੇ 10 ਤਰੀਕ ਤੋਂ ਬਾਅਦ ਇਹ ਸਾਰੀਆਂ ਸੰਭਾਵਨਾਵਾਂ ਦਾ ਪਤਾ ਲੱਗੇਗਾ ਕਿ ਕਿੱਧਰ ਜਾ ਰਹੀ ਹੈ ਗੇਮ। ਪਰ ਫਿਲਹਾਲ ਜੇਕਰ ਆਪਾਂ ਅੰਕੜਿਆਂ ਨੂੰ ਵੇਖਦੇ ਹਾਂ ਜਾਂ ਅਸੀਂ ਦੇਖਦੇ ਹਾਂ ਕਿ ਪੁਰਾਣਾ ਜਿਹੜਾ ਪਿਛਲੀਆਂ ਸਾਲਾਂ ਦੀਆਂ ਜਿਹੜੀਆਂ ਚੋਣਾਂ ਹੋਈਆਂ ਨੇ ਉਹਨਾਂ ਦਾ ਰੁਝਾਨ ਵੇਖਦੇ ਹਾਂ ਔਰ ਇਸ ਸਾਲ ਦਾ ਜਾਂ ਇਸ ਵਾਰੀ ਦਾ ਰੁਝਾਨ ਜਦੋਂ ਆਪਾਂ ਵੇਖਦੇ ਹਾਂ ਤਾਂ ਲਗਭਗ ਮੈਨੂੰ ਇਹ ਲੱਗਦੇ ਹੈ ਜੋ ਸੰਭਾਵਨਾਵਾਂ ਨੇ ਜਿਹਦੀਆਂ ਜ਼ਿਆਦਾ, ਉਹ ਇਹ ਹੈ ਕਿ ਹੰਗ ਨਾਲੋਂ ਇਸ ਵਾਰੀ ਇੱਕੋ ਪਾਰਟੀ ਦੀ ਹੀ ਸਰਕਾਰ ਬਣਨ ਦੀਆਂ ਸੰਭਾਵਨਾਵਾਂ ਜ਼ਿਆਦਾ ਦਿਖਾਈ ਦੇ ਰਹੀਆਂ ਨੇ। ਕਿਉਂਕਿ ਜਿਸ ਕਿਸਮ ਦੇ ਨਾਲ ਪੰਜਾਬ ਦੇ ਲੋਕ ਚਾਹ ਰਹੇ ਸੀ, ਪਿਛਲੇ ਵਾਰੀ ਤੁਸੀਂ ਦੇਖੋ ਜਿਹੜੀਆਂ ਪਿਛਲੇ ਵਾਰੀ ਇਹ ਕਿਹਾ ਜਾ ਰਿਹਾ ਕਿ 77% ਵੋਟਾਂ ਪਈਆਂ ਸੀਗੀਆਂ, ਉਹ ਲੋਕ ਕਿਉਂ ਖੁੱਲ੍ਹ ਕੇ ਬਾਹਰ ਆਏ ਸੀਗੇ? ਉਹਦਾ ਕਾਰਨ ਇਹ ਸੀਗਾ ਕਿ ਲੋਕਾਂ ਦੇ ਵਿੱਚ ਇੱਕ ਬਦਲਾਅ ਦੀ ਭਾਵਨਾ ਸੀਗੀ। ਉਹ ਬਦਲਾਅ ਇਸ ਲਈ ਜਿਹੜਾ ਅਕਾਲੀ ਦਲ ਔਰ ਬੀਜੇਪੀ ਦਾ 10 ਸਾਲ ਦਾ ਗੱਠਜੋੜ ਸੀਗਾ, 10 ਸਾਲ ਦੀਆਂ ਸਰਕਾਰਾਂ ਰਹੀਆਂ ਸੀਗੀਆਂ ਲਗਾਤਾਰ 2 ਵਾਰੀ, ਤਾਂ ਉਹਦੇ ਤੋਂ ਲੋਕ ਇੰਨੇ ਪਰੇਸ਼ਾਨ ਸੀਗੇ, ਇੰਨੇ ਦੁਖੀ ਸੀਗੇ ਕਿ ਉਹਨਾਂ ਨੇ ਧੜਾ ਧੜ ਕਾਂਗਰਸ ਨੂੰ ਵੋਟਾਂ ਪਾਈਆਂ ਸੀ ਉਸ ਵੇਲੇ। ਔਰ 77% ਜਿਹੜੀ ਹੈਗੀ ਆ ਵੋਟ ਪ੍ਰਤੀਸ਼ਤ ਜਿਹੜੀ ਹੈਗੀ ਪਈ ਸੀਗੀ ਔਰ ਉਹਦੇ ਵਿੱਚੋਂ ਪਹਿਲੀ ਵਾਰੀ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਨਿਕਲ ਕੇ ਸਾਹਮਣੇ ਆਈ ਸੀਗੀ। ਔਰ ਦੂਜੇ ਪਾਸੇ ਤੁਸੀਂ ਦੇਖੋਗੇ ਕਿ ਜਿਹੜੀ ਪਾਰਟੀ ਕਹਿੰਦੀ ਸੀ 25 ਸਾਲ ਅਸੀਂ ਰਾਜ ਕਰਾਂਗੇ, ਯਾਨੀ ਕਿ ਅਕਾਲੀ ਦਲ ਬੀਜੇਪੀ ਵਾਲੇ, ਉਹਨਾਂ ਨੇ ਤੀਜੇ ਨੰਬਰ ਦੇ ਉੱਤੇ ਪਾਰਟੀ ਨੂੰ ਰਖਾਇਆ ਸੀਗਾ। ਸੋ ਕਹਿਣ ਦਾ ਮਤਲਬ ਹੈ ਕਿ ਲਗਭਗ 100 ਸਾਲ ਦੇ ਇਤਿਹਾਸ ਦੇ ਵਿੱਚ ਅਕਾਲੀ ਦਲ ਪਹਿਲੀ ਵਾਰੀ ਇੰਨੀਆਂ ਘੱਟ ਸੀਟਾਂ ਲੈ ਕੇ ਗਿਆ ਸੀ, ਲਗਭਗ 15 ਦੇ ਉੱਤੇ ਸਿਮਟ ਗਿਆ ਸੀਗਾ। ਇਸੇ ਤਰ੍ਹਾਂ ਬੀਜੇਪੀ ਜਿਹੜੀ ਹੈ ਉਹ ਲਗਭਗ 3 ਸੀਟਾਂ ਹੀ ਜਿੱਤ ਸਕੀ ਸੀਗੀ ਉਸ ਵੇਲੇ 17 ਦੇ ਵਿੱਚ। ਇਹਦਾ ਕਾਰਨ ਇਹੀ ਸੀਗਾ ਕਿ ਲੋਕਾਂ ਦੇ ਵਿੱਚ ਉਸ ਵੇਲੇ ਬੜਾ ਵੱਡਾ ਗੁੱਸਾ ਸੀਗਾ ਔਰ ਇਸ ਗੁੱਸੇ ਨੂੰ ਉਹਨਾਂ ਨੇ ਚਾਹੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਕੱਢਿਆ ਹੋਵੇ, ਚਾਹੇ ਉਹਨਾਂ ਨੇ ਉਸ ਵੇਲੇ ਕਾਂਗਰਸ ਨੂੰ ਧੜ ਵੋਟਾਂ ਪਾ ਕੇ ਕੱਢਿਆ ਹੋਵੇ। ਯਾਨੀ ਕਿ ਤੁਸੀਂ ਦੇਖੋਗੇ ਕਿ ਉਹਦਾ ਵੱਡਾ ਕਾਰਨ ਇਹ ਸੀਗਾ ਕਿ ਲੋਕਾਂ ਦੇ ਮਨ ਦੇ ਵਿੱਚ ਕੀ ਸੀਗਾ ਉਸ ਵੇਲੇ। ਲੋਕਾਂ ਦੇ ਮਨ ਦੇ ਵਿੱਚ 17 ਦੇ ਵਿੱਚ ਇਹ ਸੀਗਾ ਕਿ ਕੈਪਟਨ ਸਾਹਿਬ ਜਿਹੜੀ ਉਹਨਾਂ ਦੀ ਪਿਛਲੀ ਕਾਰਜਗੁਜ਼ਾਰੀ ਰਹੀ ਸੀਗੀ, ਪਿਛਲਾ ਉਹਨਾਂ ਦਾ 5 ਸਾਲਾਂ ਦਾ ਪੀਰੀਅਡ ਰਿਹਾ ਸੀਗਾ ਰਾਜ ਸੱਤਾ ਦੇ ਵਿੱਚ, ਜਦੋਂ ਉਹ ਮੁੱਖ ਮੰਤਰੀ ਤੌਰ ਤੇ ਸਾਹਮਣੇ ਆਏ ਸੀਗੇ, ਤਾਂ ਉਹਨਾਂ ਨੂੰ ਲੱਗਦਾ ਸੀਗਾ ਕਿ ਇਸ ਵਾਰੀ ਵੀ ਕੈਪਟਨ ਸਾਹਿਬ ਕੋਈ ਵਧੀਆ ਕੰਮ ਕਰਕੇ ਜਾਣਗੇ, ਕੋਈ ਨਵਾਂ ਕੁਝ ਕਰਕੇ ਜਾਣਗੇ। ਇਸ ਲਈ ਉਹਨਾਂ ਦੇ ਮਨ ਦੇ ਵਿੱਚ ਇਹ ਵੀ ਸੀਗਾ। ਵੱਡੀ ਗੱਲ ਦੂਸਰੀ ਇਹ ਸੀਗੀ ਉਸ ਵੇਲੇ ਕਿ ਪ੍ਰਸ਼ਾਂਤ ਕਿਸ਼ੋਰ ਦੇ ਰਾਹੀਂ ਬਹੁਤ ਸਾਰੇ ਵਾਅਦੇ ਕਰਵਾਏ ਗਏ ਸੀਗੇ ਕੈਪਟਨ ਸਾਹਿਬ ਤੋਂ। ਸ਼੍ਰੀ ਗੁਟਕਾ ਸਾਹਿਬ ਹੱਥ 'ਚ ਫੜ ਕੇ
ਇਹ ਕਹਾਇਆ ਗਿਆ ਸੀਗਾ ਕਿ ਮੈਂ ਨਸ਼ਿਆਂ ਦਾ ਲੱਕ ਤੋੜਾਂਗਾ, ਘਰ ਘਰ ਨੌਕਰੀ ਦੇ ਦਾਂਗਾ, ਕਿਸਾਨਾਂ ਦਾ ਹਰ ਤਰ੍ਹਾਂ ਦਾ ਕਰਜ਼ਾ ਮਾਫ ਕਰਾਂਗਾ। ਯਾਨੀ ਕਿ ਕੋਈ ਐਸੀ ਜਿਹੜੀ ਹੈਗੀ ਆ ਮੰਗ ਲੋਕਾਂ ਦੀ ਨਹੀਂ ਸੀਗੀ ਜਿਹੜੀ ਉਹਨਾਂ ਨੇ ਪੂਰੀ ਕਰਨ ਲਈ ਨਾ ਕਿਹਾ ਹੋਵੇ। ਯਾਨੀ ਕਿ ਕੈਪਟਨ ਸਾਹਿਬ ਨੇ ਬਹੁਤ ਜ਼ਿਆਦਾ ਕਸਮਾਂ ਖਾਧੀਆਂ, ਬਹੁਤ ਵੱਡੇ ਵਾਅਦੇ ਕੀਤੇ, ਬਹੁਤ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਔਰ ਲੋਕਾਂ ਨੂੰ ਇੱਕ ਵਿਸ਼ਵਾਸ ਜਤਾਉਣ ਦੀ ਕੋਸ਼ਿਸ਼ ਕੀਤੀ। ਇਹ ਵਿਸ਼ਵਾਸ ਕਿਸੇ ਵੇਲੇ ਜਿਹੜਾ ਪਿਛਲੇ 5 ਸਾਲਾਂ ਦਾ ਸੀਗਾ ਔਰ ਉਹ ਸਾਹਮਣੇ ਆ ਰਿਹਾ ਸੀਗਾ। ਇਸ ਕਰਕੇ ਲੋਕਾਂ ਦੇ ਵਿੱਚ ਇੱਕ ਨਵਾਂ ਰੁਝਾਨ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਵੇਖਣ ਨੂੰ ਮਿਲਿਆ ਔਰ ਲੋਕ ਘਰਾਂ ਚੋਂ ਬਾਹਰ ਆਏ ਔਰ ਉਹਨਾਂ ਨੇ ਵੋਟਾਂ ਪਾਈਆਂ। ਇਹ ਤਾਂ ਸੀਗਾ ਪਿਛਲਾ। ਜਦੋਂ ਅਸੀਂ ਇਸ ਵਾਰੀ ਦਾ ਦੇਖਦੇ ਹਾਂ, ਇਸ ਵਾਰੀ ਨਾ ਤਾਂ ਅਕਾਲੀ ਦੇ ਬਿਆਨ ਦੀ ਗੱਲ ਕਰੀਏ, ਜਿਹੜੇ ਬੀਜੇਪੀ ਦੇ ਸੀਨੀਅਰ ਆਗੂ ਨੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ, ਸੰਕੇਤ ਦੇ ਦਿੱਤੇ ਗਏ ਨੇ ਕਿ ਜਿਹੜੇ ਗੱਠਜੋੜ ਸੰਭਵ ਹੈ ਤਾਂ ਬੀਜੇਪੀ ਤੇ ਅਕਾਲੀ ਦਲ ਜੇਕਰ ਗੱਠਜੋੜ ਕਰਦੇ ਨੇ, ਸਰਕਾਰ ਬਣਾਉਂਦੇ ਨੇ, ਤਾਂ ਆਮ ਆਦਮੀ ਪਾਰਟੀ ਆ ਜਿਹੜੀ ਦਿੱਲੀ ਦੇ ਵਿੱਚ ਪਹਿਲੀ ਵਾਰ ਜਦੋਂ ਸਰਕਾਰ ਬਣਾਈ ਸੀ ਤਾਂ ਕਾਂਗਰਸ ਦੇ ਨਾਲ ਗੱਠਜੋੜ ਕਰਿਆ ਸੀ। ਤਾਂ ਇਹ ਵੀ ਹੋ ਸਕਦਾ ਕਿ ਜੇਕਰ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਬਾਰੇ ਸੋਚਦੇ ਨੇ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਸੋਚ ਸਕਦੀ ਆ। ਜੀ ਖਾਨ ਸਾਹਿਬ ਦੇਖੋ, ਪਹਿਲਾਂ ਇਸ ਤੋਂ ਇਹ ਗੱਲ ਕਰਨ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਇਸ ਵਾਰੀ ਦੇ ਟ੍ਰੈਂਡ ਨੂੰ ਸਮਝੀਏ, ਕਿਉਂਕਿ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਨੂੰ ਗੱਠਜੋੜ ਦੀ ਨੌਬਤ ਹੀ ਨਹੀਂ ਆਏਗੀ। ਇਸ ਵਾਰੀ ਜਿਹੜੀਆਂ ਸੰਭਾਵਨਾਵਾਂ ਲੱਗ ਰਹੀਆਂ ਨੇ ਉਹ ਕੋਈ ਗੱਠਜੋੜ ਦੀਆਂ ਸੰਭਾਵਨਾਵਾਂ ਨਹੀਂ ਲੱਗ ਰਹੀਆਂ। ਜਿਹੜੀ ਮੈਂ ਗੱਲ ਕਰ ਰਿਹਾ ਕਿ ਬੀਜੇਪੀ ਜਿਹੜੀ ਇਹ ਦਾਅਵਾ ਕਰ ਰਹੀ ਹੈ ਇਸ ਵੇਲੇ ਕਿ ਸਾਡੀਆਂ ਸੀਟਾਂ ਨਿਕਲ ਸਕਦੀਆਂ ਨੇ, ਉਹਦੇ ਉਸ ਦਾਅਵੇ ਦੇ ਵਿੱਚ ਕੋਈ ਦਮ ਨਹੀਂ ਹੈ। ਉਹ ਇਸ ਕਰਕੇ ਉਹਦਾ ਵੱਡਾ ਕਾਰਨ ਇਹੀ ਹੈ ਕਿ ਪਿਛਲੇ ਵਾਰੀ ਜਿਹੜੀਆਂ 3 ਸੀਟਾਂ ਦੀ ਮੈਂ ਗੱਲ ਕਰ ਰਿਹਾ, ਉਹ 3 ਸੀਟਾਂ ਅਕਾਲੀ ਦਲ ਨਾਲ ਮਿਲ ਕੇ ਆਈਆਂ ਸੀਗੀਆਂ। ਉਸ ਵੇਲੇ ਇਹਨਾਂ ਦਾ ਗੱਠਜੋੜ ਸੀਗਾ ਦੋਵਾਂ ਪਾਰਟੀਆਂ ਦਾ ਔਰ ਲੋਕਾਂ ਨੇ, ਕਿਉਂਕਿ ਅਕਾਲੀ ਦਲ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਸਿੱਖ ਵੋਟ ਵੀ ਹੈ ਔਰ ਹਿੰਦੂ ਵੋਟ ਵੀ ਹੈ। ਕਹਿਣ ਦਾ ਮਤਲਬ ਹੈ ਕਿ ਬੀਜੇਪੀ ਦਾ ਵੀ ਇੱਕ ਵੋਟ ਬੈਂਕ ਹੈ ਔਰ ਅਕਾਲੀ ਦਲ ਦਾ ਵੀ ਵੋਟ ਬੈਂਕ ਹੈ। ਜਦੋਂ ਇਹ ਮਿਲ ਕੇ ਇਹਨਾਂ ਨੇ 3 ਸੀਟਾਂ ਉਸ ਵੇਲੇ ਲਈਆਂ ਸੀਗੀਆਂ, ਤਾਂ ਇਸ ਵਾਰੀ ਕੀ ਹੈ, ਇਸ ਵਾਰੀ ਕਿਸਾਨ ਅੰਦੋਲਨ ਤੋਂ ਬਾਅਦ, ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ 3 ਕਾਲੇ ਕਾਨੂੰਨ ਮੋਦੀ ਸਾਹਿਬ ਲੈ ਕੇ ਆਏ ਨੇ ਜਾਂ ਕੇਂਦਰ ਸਰਕਾਰ ਲੈ ਕੇ ਆਈ ਹੈ, ਉਹਦੇ ਕਰਕੇ ਇੱਕ ਵੱਡਾ ਰੋਸ ਪੰਜਾਬੀਆਂ ਦੇ ਮਨ ਦੇ ਵਿੱਚ ਬੀਜੇਪੀ ਪ੍ਰਤੀ ਔਰ ਅਕਾਲੀ ਦਲ ਦੇ ਪ੍ਰਤੀ ਵੇਖਣ ਨੂੰ ਮਿਲਿਆ। ਇਹ ਤੁਸੀਂ ਅੰਦਾਜ਼ਾ ਵੀ ਲਾਇਆ ਹੋਏਗਾ ਔਰ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਤੁਸੀਂ ਦੇਖੋਗੇ ਕਿ ਵੱਖ-ਵੱਖ ਪਾਰਟੀਆਂ ਦੇ ਲੋਕਾਂ ਨੂੰ ਕਿਸਾਨਾਂ ਦੇ ਰਾਹੀਂ ਘੇਰਿਆ ਗਿਆ, ਉਹਨਾਂ ਤੋਂ ਸਵਾਲ ਪੁੱਛੇ ਗਏ। ਉੱਥੋਂ ਤੁਸੀਂ ਇਹ ਟ੍ਰੈਂਡ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਦੇ ਵਿੱਚ ਇਸ ਵਾਰੀ ਦੀਆਂ ਚੋਣਾਂ ਦੇ ਵਿੱਚ ਜਿਹੜਾ ਹੈਗਾ, ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਬੀਜੇਪੀ ਹੋਵੇ, ਉਹਨਾਂ ਦੇ ਪੈਰ ਤੁਹਾਨੂੰ ਲੱਗਦੇ ਨਹੀਂ ਦਿਖਾਈ ਦੇਣਗੇ। ਇਹ ਗੱਲ ਨੂੰ ਸਮਝਣ ਦੀ ਲੋੜ ਹੈ। ਇਸ ਕਰਕੇ ਗੱਠਜੋੜ ਤਾਂ ਉਦੋਂ ਹੋਏਗਾ ਨਾ ਜੇਕਰ ਇਹਨਾਂ ਨੂੰ ਥੋੜੀਆਂ ਬਹੁਤ ਸੀਟਾਂ ਮਿਲਣਗੀਆਂ। ਸਵਾਲ ਇਹੀ ਹੈ ਕਿ ਇਸ ਵੇਲੇ ਨਹੀਂ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ, ਮੈਨੂੰ ਨਹੀਂ ਲੱਗਦਾ ਕਿ ਕੋਈ ਸੀਟਾਂ ਜਿਹੜੀਆਂ ਨੇ ਬੀਜੇਪੀ ਨੂੰ ਪੰਜਾਬ ਦੇ ਵਿੱਚੋਂ ਮਿਲਣਗੀਆਂ, ਕਿਉਂਕਿ 3 ਸੀਟਾਂ ਤਾਂ ਉਦੋਂ ਮਿਲੀਆਂ ਸੀ ਪਿਛਲੇ ਵਾਰੀ 17 ਦੇ ਵਿੱਚ, ਜਦੋਂ, ਮੇਰਾ ਕਹਿਣ ਦਾ ਮਤਲਬ ਹੈ ਕਿ ਅਕਾਲੀ ਦਲ ਦੇ ਨਾਲ ਸਾਂਝ ਸੀਗੀ। ਇਸ ਵਾਰੀ ਕਿਹਦੇ ਨਾਲ ਸਾਂਝ ਸੀ ਇਹਨਾਂ ਦੀ? ਕੈਪਟਨ ਸਾਹਿਬ ਨਾਲ। ਕੈਪਟਨ ਸਾਹਿਬ ਕੌਣ ਨੇ? ਜਿਹੜੇ ਕਿ ਬਿਲਕੁਲ ਫਲॉप ਹੋਏ ਲੀਡਰ ਨੇ। ਔਰ ਦੂਜੇ ਪਾਸੇ ਅਕਾਲੀ ਦਲ ਕਿਹੜਾ ਸੰਯੁਕਤ ਹੈ, ਇਹ ਵੀ ਜਿਹੜਾ ਹੈਗਾ ਅਕਾਲੀ ਦਲ ਬਾਦਲ ਚੋਂ ਨਿਕਲ ਕੇ ਸਾਹਮਣੇ ਆਇਆ, ਅਕਾਲੀ ਦਲ ਸੰਯੁਕਤ। ਸੋ ਕਹਿਣ ਦਾ ਮਤਲਬ ਹੈ ਕਿ ਇਸ ਵਾਰੀ ਦੀਆਂ ਜਿਹੜੀਆਂ ਪਾਰਟੀਆਂ ਨੇ, ਇਹ ਲੋਕਾਂ ਨੇ ਜਿਹੜੀਆਂ ਪਰਖੀਆਂ ਹੋਈਆਂ ਪਾਰਟੀਆਂ ਸੀਗੀਆਂ, ਪਹਿਲਾਂ ਲੋਕ ਦੇਖ ਚੁੱਕੇ ਨੇ, ਉਹਨਾਂ ਦੇ ਜਦੋਂ ਲੀਡਰ ਜਾਂ ਉਹਨਾਂ ਦੀਆਂ ਨਵੀਆਂ ਪਾਰਟੀਆਂ ਜਦੋਂ ਬਣਦੀਆਂ ਨੇ ਤਾਂ ਉਹਨਾਂ ਦੇ ਉੱਤੇ ਲੋਕ ਭਰੋਸਾ ਨਹੀਂ ਪੰਜਾਬ ਦੇ ਕਰ ਸਕਦੇ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਨੌਬਤ ਨਹੀਂ ਆਏਗੀ, ਕਿ ਇਹਨਾਂ ਤਰੱਦਦ ਨਹੀਂ ਕਰਨਾ ਪਏਗਾ ਕਿ ਇਹਨਾਂ ਨੂੰ ਇੱਕ ਦੂਜੇ ਨਾਲ ਗੱਠਜੋੜ ਕਰਨਾ ਪਵੇ। ਹਾਂ, ਬਿਆਨਬਾਜ਼ੀ, ਕਿਉਂਕਿ ਜਿੰਨੀ ਦੇਰ ਰਿਜ਼ਲਟ ਨਹੀਂ ਆਉਂਦਾ ਉਨੀ ਦੇਰ ਤਾਂ ਇਹ ਬਿਆਨਬਾਜ਼ੀ ਜ਼ਰੂਰ ਚੱਲਦੀ ਰਹੇਗੀ। ਮਜੀਠੀਆ ਸਾਹਿਬ ਵੀ ਕਹਿ ਰਹੇ ਨੇ ਕਿ ਅਸੀਂ ਬੀਜੇਪੀ ਨਾਲ ਗੱਠਜੋੜ ਕਰ ਸਕਦੇ ਹਾਂ। ਇਹ ਲੋਕਾਂ ਨੂੰ ਵੀ ਕਲੀਅਰ ਸੀਗਾ, ਇਹ ਪੰਜਾਬ ਦੇ ਲੋਕਾਂ ਨੂੰ ਵੀ ਕਲੀਅਰ ਹੋ ਚੁੱਕਿਆ ਸੀਗਾ ਕਿ ਇਹ ਬੀਜੇਪੀ ਔਰ ਅਕਾਲੀ ਦਲ ਅੰਦਰੋਂ ਕਿਤੇ ਨਾ ਕਿਤੇ ਇਕੱਠੇ ਹੀ ਨੇ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਨੂੰ ਵੀ ਵੋਟਾਂ ਪਈਆਂ ਹੋਣਗੀਆਂ ਇੰਨੀਆਂ ਜ਼ਿਆਦਾ ਕਿ ਉਹ ਸੀਟਾਂ ਕੱਢ ਸਕਣ ਜਾਂ ਆਪਣੀਆਂ ਜ਼ਮਾਨਤਾਂ ਬਚਾ ਸਕਣ, ਜਾਂ ਇਸੇ ਤਰ੍ਹਾਂ ਅਕਾਲੀ ਦਲ ਕੋਈ ਇਸ ਪੋਜੀਸ਼ਨ ਦੇ ਵਿੱਚ ਨਹੀਂ ਹੈ ਕਿ ਉਹ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਉੱਥੇ ਪੈਦਾ ਹੋ ਜਾਣ। ਸੋ ਕਹਿਣ ਦਾ ਮਤਲਬ ਹੈ ਕਿ ਇਦਾਂ ਦੀਆਂ ਪੰਜਾਬ ਦੇ ਵਿੱਚ ਹਾਲਾਤ ਨਹੀਂ ਹੈਗੇ ਔਰ ਨਾ ਅਸੀਂ ਇਹਨਾਂ ਦੇ ਜਿਹੜੇ ਪਿਛਲਾ ਟ੍ਰੈਂਡ ਹੈ ਉਹ ਤੋਂ ਅਸੀਂ ਸਮਝ ਸਕਦੇ ਹਾਂ ਕਿ ਦੁਬਾਰਾ ਲੋਕਾਂ ਨੇ ਮੁੜ ਕੇ ਅਕਾਲੀ ਦਲ ਜਾਂ ਬੀਜੇਪੀ ਨੂੰ ਵੋਟਾਂ ਪਾ ਕੇ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਇਸ ਪੋਜੀਸ਼ਨ 'ਚ ਲਿਆਂਦਾ ਹੋਵੇ ਕਿ ਇਹ ਗੱਠਜੋੜ ਕਰਕੇ ਵੀ ਆਪਣੀ ਸਰਕਾਰ ਬਣਾ ਲੈਣ। ਇਦਾਂ ਦੀ ਕੋਈ ਹਾਲਾਤ ਜਿਹੜੇ ਨੇ ਪੰਜਾਬ ਦੇ ਦਿਖਾਈ ਨਹੀਂ ਦੇ ਰਹੇ ਖਾਨ ਸਾਹਿਬ। ਠੀਕ,
ਬਿਲਕੁਲ ਡਾਕਟਰ ਸਾਹਿਬ, ਜਿਵੇਂ ਵੋਟ ਪ੍ਰਤੀਸ਼ਤ ਘਟਿਆ ਇਸ ਵਾਰੀ, ਤਾਂ ਲੋਕ ਇਹ ਵੀ ਗੱਲ ਕਹਿੰਦੇ ਨੇ ਕਿ ਅਸੀਂ ਬਦਲਾਅ ਚਾਹੁੰਦੇ ਹਾਂ, ਤੇ ਬਦਲਾਅ ਦੇ ਰੂਪ ਦੇ ਵਿੱਚ ਤੀਜੀ ਪਾਰਟੀ, ਜਿਹੜੀ ਤੀਜੀ ਧਿਰ ਆਮ ਆਦਮੀ ਪਾਰਟੀ ਨੂੰ ਦੇਖਦੇ ਨੇ। ਤਾਂ ਜਿਹੜੀ ਵੋਟ ਪਰਸੈਂਟ ਘਟਣ ਦੇ ਨਾਲ ਵੀ ਪਾਰਟੀਆਂ, ਜਿਹੜੀਆਂ ਰਵਾਇਤੀ ਪਾਰਟੀਆਂ ਨੇ, ਉਹਨਾਂ ਨੂੰ ਨੁਕਸਾਨ ਹੋ ਸਕਦਾ। ਬਿਲਕੁਲ, ਉਹਦਾ ਵੱਡਾ ਕਾਰਨ ਇਹੀ ਹੈ ਕਿ ਇਸ ਵਾਰੀ ਲੋਕਾਂ ਦੀ ਸਾਈਕੀ ਦੇ ਵਿੱਚ ਜਿਹੜੀਆਂ ਰਵਾਇਤੀ ਪਾਰਟੀਆਂ ਦਾ ਇੱਕ ਪਰਮਾਨੈਂਟ ਕਹਿ ਸਕਦੇ ਹਾਂ ਕਾਡਰ ਹੈ, ਪਰਮਾਨੈਂਟ ਵੋਟ ਹੂੰ। ਪ੍ਰਤੀਸ਼ਤ ਹੈ, ਉਹਦੇ ਵਿੱਚ ਵੱਡੀ ਕਮੀ ਆਈ ਹੈ। ਔਰ ਤੁਸੀਂ ਦੇਖੋਗੇ ਕਿ ਜਿਹੜੇ ਚਾਹੇ ਉਹ ਅਕਾਲੀ ਦਲ ਨਾਲ ਲੋਕ ਜੁੜੇ ਹੋਣ, ਚਾਹੇ ਉਹ ਬੀਜੇਪੀ ਨਾਲ ਲੋਕ ਜੁੜੇ ਹੋਣ, ਸ਼ਹਿਰਾਂ ਦੇ ਵਿੱਚ ਖਾਸ ਤੌਰ ਤੇ ਤੁਸੀਂ ਦੇਖੋਗੇ ਕਿ ਸ਼ਹਿਰਾਂ ਦੇ ਵਿੱਚ ਲੋਕਾਂ ਨੇ ਬਹੁਤਾ ਉਤਸ਼ਾਹ ਨਹੀਂ ਦਿਖਾਇਆ। ਸ਼ਹਿਰਾਂ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਵੋਟ ਪ੍ਰਤੀਸ਼ਤ ਘਟੀ ਹੈ। ਇਹਦਾ ਮਤਲਬ ਕੀ ਹੈ ਕਿ ਬਿਲਕੁਲ। ਲੋਕ ਜਿਹੜੇ ਕਾਂਗਰਸ ਨਾਲ ਜੁੜੇ ਹੋਏ ਸੀਗੇ, ਜਿਹੜੇ ਬੀਜੇਪੀ ਦੇ ਨਾਲ ਜੁੜੇ ਹੋਏ ਸੀਗੇ, ਔਰ ਜਿਹੜੇ ਪਰਮਾਨੈਂਟ ਵੋਟ ਬੈਂਕ ਹੈ ਇਹਨਾਂ ਵੱਡੀਆਂ ਪਾਰਟੀਆਂ ਦਾ, ਉਹ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਨਿਰਾਸ਼ਾ ਤੁਹਾਨੂੰ ਦਿਖਾਈ ਦੇਵੇਗੀ, ਉਦਾਸੀ ਦਿਖਾਈ ਦੇਵੇਗੀ, ਉਦਾਸੀਨਤਾ ਦਿਖਾਈ ਦੇਵੇਗੀ। ਉਹਦਾ ਕਾਰਨ ਹੈ ਕਿ ਲਗਭਗ 6 ਤੋਂ ਲੈ ਕੇ 7% ਦੇ ਵਿੱਚ ਇਹਨਾਂ ਵੋਟਰਾਂ ਦੇ ਵਿੱਚ ਕਮੀ ਆਈ ਹੈ। ਸੋ ਕਹਿਣ ਦਾ ਮਤਲਬ ਹੈ ਕਿ ਰਵਾਇਤੀ ਪਾਰਟੀਆਂ ਦਾ ਜਿਹੜਾ ਇੱਕ ਪਰਮਾਨੈਂਟ ਵੋਟ ਬੈਂਕ ਸੀਗਾ, ਉਹਦੇ ਵਿੱਚ ਕਾਫੀ ਜਿਹੜੀਆਂ ਨੇ ਘਟਣ ਦੀਆਂ ਸੰਭਾਵਨਾਵਾਂ ਦਿਖਾਈ ਦੇ ਰਹੀਆਂ ਨੇ, ਔਰ ਨਤੀਜਾ ਇਹਦਾ ਇਹੀ ਨਿਕਲੇਗਾ, ਇਹਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੁੰਦਾ ਨਜ਼ਰ ਆ ਰਿਹਾ ਹੈ। ਇਹਦਾ ਫਾਇਦਾ ਤੁਸੀਂ ਦੇਖੋਗੇ ਕਿ ਇੱਕ ਨਵੇਂ ਜਿਵੇਂ ਬਦਲਾਅ ਦੀ ਗੱਲ ਤੁਸੀਂ ਕਰ ਰਹੇ ਹੋ ਕਿ ਲੋਕਾਂ ਦੇ ਮਨ ਦੇ ਵਿੱਚ ਜਿਹੜੀ ਹੈਗੀ ਆ ਬਦਲਾਅ ਦੀਆਂ ਭਾਵਨਾਵਾਂ ਜ਼ਿਆਦਾ ਸੀ, ਚਾਹੇ ਉਹ ਨਵੇਂ ਜਿਹੜੇ ਪਹਿਲੀ ਵਾਰੀ ਵੋਟ ਪਾ ਰਹੇ ਸੀ ਨੌਜਵਾਨ ਜਿਹੜੇ ਸਾਡੇ ਵੋਟਰ ਨੇ ਪੰਜਾਬ ਦੇ, ਉਹਨਾਂ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਅਸੀਂ ਬਦਲਾਅ ਵੱਲ ਜਾਣਾ ਚਾਹੁੰਦੇ ਹਾਂ। ਇਸੇ ਤਰ੍ਹਾਂ ਜਿਹੜਾ ਹੋਰ ਤਬਕਾ ਹੈ, ਔਰ ਖਾਸ ਤੌਰ ਤੇ ਜਿਹੜਾ ਪਿਛਲੇ ਵਾਰੀ ਤੁਸੀਂ ਦੇਖੋਗੇ ਕਿ ਆਮ ਆਦਮੀ ਪਾਰਟੀ ਨੂੰ ਲਗਭਗ 23-24% ਵੋਟ ਬੈਂਕ ਜਿਹੜਾ ਸੀਗਾ ਉਹਨਾਂ ਦਾ ਬਣਿਆ ਸੀਗਾ। ਸੋ ਹੁਣ ਕੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਿੱਚ ਕਾਫੀ ਵੱਡੇ ਬਦਲਾਅ ਦੀਆਂ ਸੰਭਾਵਨਾਵਾਂ ਲੱਗ ਰਹੀਆਂ ਨੇ ਕਿ ਇਹਦੇ ਵਿੱਚ ਜਿਹੜੀ ਪ੍ਰਤੀਸ਼ਤ ਹੈ ਆਮ ਆਦਮੀ ਪਾਰਟੀ ਦੀ ਪਹਿਲਾਂ ਨਾਲੋਂ ਉਹ ਕਾਫੀ ਵੱਧਦੀ ਤੁਹਾਨੂੰ ਦਿਖਾਈ ਦੇਵੇਗੀ ਇਹਨਾਂ ਚੋਣਾਂ ਦੇ ਵਿੱਚ, ਖਾਨ ਸਾਹਿਬ। ਜੀ ਬਿਲਕੁਲ ਡਾਕਟਰ ਸਾਹਿਬ, ਭਾਵੇਂ ਕਿ ਇਸ ਵਾਰ ਪ੍ਰਤੀਸ਼ਤ ਘਟੀ ਹੋਵੇ, ਪਰ ਨੌਜਵਾਨ ਜਿਹੜੇ ਨੇ, ਨੌਜਵਾਨ ਆਪਣੀ ਮਰਜ਼ੀ ਦੇ ਨਾਲ ਵੋਟ ਪਾਉਂਦੇ ਹੋਏ ਨਜ਼ਰ ਆਏ ਨੇ। ਪਹਿਲਾਂ ਹੁੰਦਾ ਕੀ ਸੀ, ਜਿਵੇਂ ਬਜ਼ੁਰਗ ਕਹਿ ਦਿੰਦੇ ਸੀ, ਘਰ ਦੇ ਪਰਿਵਾਰਕ ਮੈਂਬਰ ਇੱਕ ਹੁੰਦੇ ਸੀ, 5 ਜਣੇ ਹੁੰਦੇ ਸੀ, ਤਾਂ 5 ਜਣੇ ਵੱਡਾ ਜੋ ਕੋਈ ਕਹਿੰਦਾ ਸੀ, ਕੋਈ ਦਾਦਾ, ਕੋਈ ਪਿਤਾ, ਕੋਈ ਕਹਿੰਦਾ ਸੀ ਭਾਈ ਇਸ ਨੂੰ ਵੋਟ ਪਾਇਓ, ਕਹਿੰਦੇ ਸੀ ਚਲੋ ਠੀਕ ਆ, ਤੁਸੀਂ ਜੋ ਕਹਿਤਾ ਸੀ ਵੋਟ ਪਾਵਾਂਗੇ। ਪਰ ਹੁਣ ਜਿਹੜਾ ਆ ਟ੍ਰੈਂਡ ਬਦਲ ਗਿਆ। ਹੁਣ ਨੌਜਵਾਨ ਕਹਿੰਦੇ ਆ ਅਸੀਂ ਸਭ ਕੁਝ ਦੇਖ ਲਿਆ, ਅਸੀਂ ਵੀ ਸਿਆਸਤ ਤੋਂ ਜਾਣੂ ਹੋ ਗਏ, ਸਿਆਸਤਦਾਨਾਂ ਤੋਂ ਜਾਣੂ ਹੋ ਗਏ, ਮੁੱਦੇ ਨੇ ਜਿਹੜੇ ਮੁੱਦੇ ਉੱਥੇ ਦੇ ਉੱਥੇ ਖੜੇ ਨੇ। ਇਸ ਕਰਕੇ ਹੁਣ ਨੌਜਵਾਨਾਂ ਦੀ ਵੋਟ ਬਹੁਤ ਅਹਿਮ ਮੰਨੀ ਜਾਂਦੀ ਆ। ਨੌਜਵਾਨ ਹੀ ਬਦਲਾਅ ਲਿਆ ਸਕਦੇ ਨੇ। ਤੁਸੀਂ ਕੀ ਸਮਝਦੇ ਹੋ ਇਸ ਦੇ ਵਿੱਚ? ਕਿਉਂਕਿ ਹੁਣ ਪਹਿਲਾਂ ਵਾਂਗ ਨਹੀਂ ਕਿ ਜਿਹਨੂੰ ਕਹਿਤਾ ਵੋਟ ਪਾ ਦੇਣੀ। ਨੌਜਵਾਨ ਕਹਿੰਦੇ ਅਸੀਂ ਆਪਣੀ ਮਰਜ਼ੀ ਕਰਨੀ ਆ, ਹਰੇਕ ਕੰਮ ਦੇ ਵਿੱਚ ਮਰਜ਼ੀ ਕਰਦੇ ਨੇ। ਤਾਂ ਹੁਣ ਸਿਆਣੇ ਨੇ, ਜਾਗਰੂਕ ਨੇ। ਇੱਕ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਸਭ ਤੋਂ ਵੱਧ ਨੌਜਵਾਨ ਸੀ ਉਹਨਾਂ ਨੇ ਹਿੱਸਾ ਲਿਆ ਸੀ, ਉਸ ਤੋਂ ਬਾਅਦ ਵੀ ਕਾਫੀ ਜਾਗਰੂਕ ਹੋ ਚੁੱਕੇ ਨੇ। ਤੇ ਬਾਕੀ ਰਵਾਇਤੀ ਪਾਰਟੀਆਂ ਨੂੰ ਇਸ ਦਾ ਵੀ ਨੁਕਸਾਨ ਹੋ ਸਕਦਾ। ਬਿਲਕੁਲ, ਤੁਸੀਂ ਦੇਖੋਗੇ ਕਿ ਚਾਹੇ ਉਹ ਕਿਸਾਨੀ ਅੰਦੋਲਨ ਹੈ ਔਰ ਚਾਹੇ ਪਿਛਲੀਆਂ ਜਿਹੜੀਆਂ ਚੋਣਾਂ ਨੇ, ਉਹਨਾਂ ਨੇ ਪਿਛਲੀਆਂ 17 ਦੀਆਂ ਚੋਣਾਂ ਨੇ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਕੀਤਾ ਔਰ ਸਿਆਣੇ ਕੀਤਾ। ਬਿਲਕੁਲ। ਔਰ ਇਸ ਤੋਂ ਇਲਾਵਾ ਜਿਹੜਾ ਸੋਸ਼ਲ ਮੀਡੀਆ ਆਇਆ ਹੈ, ਸੋਸ਼ਲ ਮੀਡੀਆ ਬਿਲਕੁਲ। ਨੇ ਵੀ ਜਿਹੜਾ ਹੈਗਾ ਇਹਨਾਂ ਰਵਾਇਤੀ ਪਾਰਟੀਆਂ ਦਾ ਵੱਡਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਬੇਸ਼ੱਕ ਬਹੁਤ ਸਾਰੀਆਂ ਅਫਵਾਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਫੈਲਾਈਆਂ ਜਾਂਦੀਆਂ ਨੇ ਔਰ ਆਪਣਾ ਵੋਟਰ ਬੈਂਕ ਨੂੰ ਜਿਹੜਾ ਹੈਗਾ ਉਹ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਜੇ ਆਪਾਂ ਪਿਛਲਾ ਟ੍ਰੈਂਡ ਵੇਖਦੇ ਹਾਂ, ਖਾਸ ਤੌਰ ਤੇ ਜਦੋਂ ਅਸੀਂ 17 ਦਾ ਮਾਡਲ ਦੇਖਦੇ ਹਾਂ ਚੋਣਾਂ ਦਾ, ਤਾਂ ਉਹਦੇ ਵਿੱਚ ਕੀ ਆ ਕਿ ਪਹਿਲੀ ਵਾਰੀ ਲੋਕਾਂ ਨੂੰ ਮੌਕਾ ਮਿਲਿਆ ਕਿ ਇੱਕ ਨਵੀਂ ਪਾਰਟੀ ਨੂੰ ਪਰਖਣ ਦਾ। ਉਹ ਉਹਨਾਂ ਨੇ 17 ਦੇ ਵਿੱਚ ਜਿਹੜਾ ਸੀਗਾ ਧੜਾ ਧੜ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ, ਔਰ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਕੋਈ ਬਹੁਤ ਛੋਟੀ ਪਾਰਟੀ, ਬਹੁਤ 2 ਸਾਲ 2.5 ਸਾਲ ਪੁਰਾਣੀ ਪਾਰਟੀ ਜਿਹੜੀ ਹੈਗੀ ਹੈ, ਉਹਨੂੰ ਐਡੀ ਵੱਡੀਆਂ ਪੋਜੀਸ਼ਨਾਂ ਦਿੱਤੀਆਂ। ਯਾਨੀ ਕਿ ਲਗਭਗ 20 ਤੋਂ ਲੈ ਕੇ 22 ਸੀਟਾਂ ਦੇ ਦੇਣੀਆਂ ਪੰਜਾਬ ਦੇ ਵਿੱਚ। ਮੈਨੂੰ ਲੱਗਦਾ ਕਿ ਪੰਜਾਬ ਦੀ ਇਤਿਹਾਸ ਤੇ ਜਿਹੜੇ ਪੋਲੀਟੀਕਲ ਇਤਿਹਾਸ ਹੈ ਪੰਜਾਬ ਦਾ, ਉਹਦੇ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਆਪਾਂ ਕਹਿ ਸਕਦੇ ਹਾਂ ਉਸ ਵੇਲੇ ਸੀਗਾ। ਪਰ ਹੁਣ ਜਿਵੇਂ ਤੁਸੀਂ ਕਿਹਾ ਕਿ ਰਵਾਇਤੀ ਪਾਰਟੀਆਂ ਪਹਿਲਾਂ ਕੀ ਕਰਦੀਆਂ ਸੀਗੀਆਂ ਕਿ ਕਾਂਗਰਸ ਆਉਂਦੀ ਸੀ, ਅਕਾਲੀ ਦਲ ਆ ਜਾਂਦਾ ਸੀਗਾ, ਅਕਾਲੀ ਦਲ ਜਾਂਦਾ ਸੀਗਾ, ਕਿਤੇ ਕਾਂਗਰਸ ਆ ਜਾਂਦੀ ਸੀਗੀ। ਸੋ ਮਤਲਬ ਇਹ ਹੈ ਕਿ ਵਾਰੀ ਵਾਰੀ ਜਿਹੜੀ ਹੈਗੀ ਇਹਨਾਂ ਦੀ ਬੰਨੀ ਹੋਈ ਸੀਗੀ, ਔਰ ਲਗਾਤਾਰ 75 ਸਾਲਾਂ ਤੋਂ ਤੁਸੀਂ ਇਹੀ ਦੇਖਿਆ ਹੋਏਗਾ ਕਿ ਇੱਕ ਪਾਰਟੀ ਜਾਂਦੀ ਸੀ, ਦੂਜੀ ਆਉਂਦੀ ਸੀ, ਦੂਜੀ ਨੂੰ ਹਰਾਉਂਦੇ ਸੀ ਲੋਕ, ਫਿਰ ਨਵੀਂ ਉਹੀ ਪਾਰਟੀ ਲੈ ਆਉਂਦੇ ਸੀਗੇ। ਸੋ ਕਹਿਣ ਦਾ ਮਤਲਬ ਇਸ ਵਾਰੀ ਉਹਨਾਂ ਕੋਲੇ ਚੁਆਇਸ ਸੀਗੀ। ਜਿਹੜੀ ਗੱਲ ਸਮਝਣ ਵਾਲੀ ਹੈ ਕਿ 22 ਦੀਆਂ ਚੋਣਾਂ ਦੇ ਵਿੱਚ ਉਹਨਾਂ ਕੋਲੇ ਇੱਕ ਨਵੀਂ ਚੁਆਇਸ
ਜ਼ਰੂਰ ਸਾਹਮਣੇ ਆ ਰਹੀ ਸੀਗੀ, ਉਹ ਚੁਆਇਸ ਸੀਗੀ ਆਮ ਆਦਮੀ ਪਾਰਟੀ ਦੀ। ਸੋ ਇਸ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਜਿਹੜਾ ਨਵਾਂ ਟ੍ਰੈਂਡ ਹੈ ਉਹਦੇ ਵਿੱਚ ਜਿਹੜੇ ਖਾਸ ਤੌਰ ਤੇ ਨੌਜਵਾਨ ਨੇ, ਉਹਨਾਂ ਨੂੰ ਲੱਗਦਾ ਸੀਗਾ ਕਿ ਅਸੀਂ ਆਪਣੀ ਮਰਜ਼ੀ ਦੇ ਮੁਤਾਬਕ, ਅਸੀਂ ਆਪਣੀ ਸੋਚ ਦੇ ਮੁਤਾਬਕ, ਅਸੀਂ ਆਪਣੀ ਚੇਤਨਾ ਦੇ ਮੁਤਾਬਕ ਨਵੀਂ ਪਾਰਟੀ ਨੂੰ ਅੱਗੇ ਲੈ ਕੇ ਆਉਣਾ ਹੈ। ਸੋ ਇਸ ਕਰਕੇ ਇਹਦਾ ਫਾਇਦਾ ਨਵੇਂ ਵੋਟਰਾਂ ਦਾ ਆਮ ਆਦਮੀ ਪਾਰਟੀ ਨੂੰ ਹੁੰਦਾ ਨਜ਼ਰ ਆ ਰਿਹਾ ਹੈ। ਖਾਨ ਸਾਹਿਬ ਜੀ ਬਿਲਕੁਲ। ਡਾਕਟਰ ਸਾਹਿਬ ਗੱਲ ਕਰੀਏ ਵੋਟਾਂ ਵਾਲੇ ਦਿਨ ਦੀ, ਤਾਂ ਵੋਟਾਂ ਵਾਲੇ ਦਿਨ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਈਆਂ ਨੇ। ਇਸ ਵਾਰ ਚੋਣ ਕਮਿਸ਼ਨ ਦੀ ਕਾਫੀ ਜ਼ਿਆਦਾ ਸਖਤੀ ਦੇਖਣ ਨੂੰ ਮਿਲੀ ਆ। ਬੀਤੇ ਦਿਨੀ ਸੋਨੂ ਸੂਦ ਦੇ ਉੱਤੇ ਵੀ FIR ਦਰਜ ਕੀਤੀ ਗਈ ਆ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਮਾਮਲੇ ਦੇ ਵਿੱਚ। ਤੇ ਇੱਕ ਆਪਾਂ ਵੋਟਾਂ ਵਾਲੇ ਦਿਨ ਲਾਈਵ ਪ੍ਰੋਗਰਾਮ ਕਰ ਰਹੇ ਸੀ, ਉਸ ਦੌਰਾਨ ਹੀ ਜਿਹੜੀ ਖਬਰ ਆਈ ਸੀ ਲਾਭ ਸਿੰਘ ਉਗੋਕੇ ਦੀ ਗੱਡੀ ਦੇ ਉੱਤੇ ਹਮਲਾ ਹੋਣ ਦੀ। ਤੁਸੀਂ ਮੇਰੇ ਨਾਲ ਸੀ, ਆਪਾਂ ਦੋਨੋਂ ਹੀ ਜਿਹੜੇ ਪ੍ਰੋਗਰਾਮ ਕਰ ਰਹੇ ਸੀ ਲਾਈਵ, ਤੇ ਉਹ ਖਬਰ ਆਪਾਂ ਵਿਸਥਾਰ ਦੇ ਨਾਲ ਦਿਖਾਈ ਸੀ। ਦੇਖਿਆ ਗਿਆ ਸੀ ਕਿ ਕਿਸ ਤਰ੍ਹਾਂ ਉਹਦੀ ਗੱਡੀ ਦੇ ਉੱਤੇ, ਬੋਨਟ ਦੇ ਉੱਤੇ ਇੱਕ ਵਿਅਕਤੀ, ਇੱਕ ਨੌਜਵਾਨ ਜਿਹੜਾ ਚੜਿਆ ਹੋਇਆ ਸੀ, ਗੱਡੀ ਦੇ ਉੱਤੇ ਹਮਲਾ ਹੋਇਆ। ਪਰ ਹੁਣ ਕੀ ਹੋਇਆ, ਹੁਣ ਜਿਹੜਾ FIR ਦਰਜ ਹੋਈ ਆ ਉਹ ਲਾਭ ਸਿੰਘ ਉਗੋਕੇ ਦੇ ਡਰਾਈਵਰ ਦੇ ਉੱਤੇ ਹੀ FIR ਦਰਜ ਹੋ ਗਈ, ਮਾਮਲਾ ਦਰਜ ਕਰ ਲਿਆ, ਉਹ ਵੀ ਇਰਾਦਾ ਕਤਲ ਦਾ। ਕਿ ਭਾਈ ਇਰਾਦਾ ਕਤਲ ਕਰਨ ਦੀ ਕੋਸ਼ਿਸ਼, ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਕਿ ਕਾਂਗਰਸੀ ਆਗੂ ਨੇ, ਜਿਹੜੇ ਕਾਂਗਰਸੀ ਆਗੂਆਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਆ, ਉਹਨਾਂ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਹੀ ਲਾਭ ਸਿੰਘ ਉਗੋਕੇ ਦੇ ਡਰਾਈਵਰ ਦੇ ਉੱਤੇ ਹੀ ਪਰਚਾ ਦਰਜ ਕਰ ਦਿੱਤਾ। ਇਸ ਨੂੰ ਕਿਵੇਂ ਦੇਖਦੇ ਹੋ? ਉਸ ਵੇਲੇ ਸਥਿਤੀ ਕੁਝ ਹੋਰ ਸੀ ਕਿ ਹਮਲਾ ਲਾਭ ਸਿੰਘ ਉਗੋਕੇ ਦੀ ਗੱਡੀ ਦੇ ਉੱਤੇ ਹੋਇਆ ਸੀ ਤੇ ਮਾਮਲਾ ਹੁਣ ਲਾਭ ਸਿੰਘ ਉਗੋਕੇ ਦੇ ਡਰਾਈਵਰ ਦੇ ਉੱਤੇ ਹੀ ਹੋ ਗਿਆ। ਜੀ ਦੇਖੋ, ਆਪਾਂ ਇੱਕ ਕਹਾਵਤ ਹੈ ਕਿ ਜਿਸकी ਲਾਠੀ ਉਸकी ਭੈਂਸ, ਯਾਨੀ ਕਿ ਤੁਸੀਂ ਦੇਖੋਗੇ ਕਿ ਜਿਹੜੀਆਂ ਵੀਡੀਓਜ਼ ਵਾਇਰਲ ਹੋਈਆਂ ਉਸ ਵੇਲੇ ਲਾਭ ਸਿੰਘ ਉਗੋਕੀ ਦੀ ਗੱਡੀ ਨੂੰ ਕਈ ਨੌਜਵਾਨ ਜਿਹੜੇ ਸੀਗੇ ਉਹਨਾਂ ਦੇ ਆਲੇ ਦੁਆਲੇ ਖੜੇ ਸੀਗੇ, ਯਾਨੀ ਕਿ ਨਾਅਰੇਬਾਜ਼ੀ ਹੋ ਰਹੀ ਸੀਗੀ ਇੱਕ ਦੂਜੇ ਦੇ ਉੱਤੇ, ਯਾਨੀ ਕਿ ਦੂਸ਼ਣਬਾਜ਼ੀ ਜਿਹੜੀ ਹੈਗੀ ਆ ਉਹ ਕਰ ਰਹੇ ਸੀਗੇ। ਸੋ ਉਸ ਨੂੰ ਲੈ ਕੇ ਲੜਾਈ ਝਗੜਾ ਹੋਇਆ ਔਰ ਉਸ ਨੂੰ ਲੈ ਕੇ ਜਿਹੜਾ ਹੈਗੀ ਇਹ ਘਟਨਾ ਜਿਹੜੀ ਹੈਗੀ ਵਾਪਰੀ। ਉਸ ਦਿਨ ਵੀ ਆਪਾਂ ਨੇ ਇਹਨੂੰ ਕਵਰ ਕੀਤਾ ਸੀਗਾ ਔਰ ਇੱਕ ਗੱਲ ਇਹੀ ਸੀਗੀ ਕਿ ਜਦੋਂ ਅਸੀਂ ਕਹਿੰਦੇ ਆ ਕਿ ਲੋਕਤੰਤਰ ਹੈ ਔਰ ਲੋਕਤੰਤਰ ਦੇ ਵਿੱਚ ਹਰ ਕਿਸੇ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੈ, ਹਰ ਕਿਸੇ ਨੂੰ ਆਪਣੀ ਥਾਂ ਦੇ ਉੱਤੇ ਜਿਵੇਂ ਜਿਹੜੀ ਵੀ ਸੋਚ ਆ ਉਹਨਾਂ ਦੀ, ਉਹਦੇ ਉੱਤੇ ਉਹਨਾਂ ਨੂੰ ਮੋਹਰ ਲਾਉਣ ਦੀ ਜਿਹੜੀ ਹੈਗੀ ਆ ਉਹਦਾ ਅਧਿਕਾਰ ਹੈ। ਸੋ ਇਸ ਅਧਿਕਾਰ ਨੂੰ ਜਦੋਂ ਅਸੀਂ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉੱਥੋਂ ਲੜਾਈ ਝਗੜੇ ਜਿਹੜੇ ਨੇ ਉਹ ਪੈਦਾ ਹੋਣੇ ਕੁਦਰਤੀ ਨੇ। ਸੋ ਉੱਥੇ ਵੀ ਹੋਇਆ, ਉੱਥੇ ਕਿਉਂਕਿ ਵੱਡੀ ਲੜਾਈ ਸੀਗੀ। ਵੱਡੀ ਲੜਾਈ ਮੈਂ ਇਸ ਲਈ ਕਹਿ ਰਿਹਾ ਕਿ ਇੱਕ ਪਾਸੇ ਉਹ ਮੁੱਖ ਮੰਤਰੀ ਦਾ ਚਿਹਰਾ ਯਾਨੀ ਕਿ ਚੰਨੀ ਸਾਹਿਬ ਨੇ ਔਰ ਦੂਜੇ ਪਾਸੇ ਕੀ ਆ ਕਿ ਬਿਲਕੁਲ ਗਰੀਬ ਪਰਿਵਾਰ ਦਾ ਲੜਕਾ, ਯਾਨੀ ਕਿ ਮਜ਼ਦੂਰ ਪਰਿਵਾਰ ਦਾ ਲੜਕਾ ਹੈ ਉਗੋਕੇ, ਲਾਭ ਸਿੰਘ ਉਗੋਕੇ। ਉਹਨਾਂ ਦੇ ਮਾਂ-ਬਾਪ ਵੀ ਮਜ਼ਦੂਰੀ ਕਰਦੇ ਨੇ, ਉਹ ਆਪ ਵੀ ਜਿਹੜਾ ਹੈਗਾ ਬਹੁਤ ਛੋਟੀ ਜਿਹੀ ਦੁਕਾਨ ਚਲਾਉਂਦਾ ਹੈ, ਮਕੈਨਿਕ ਹੈ ਮੋਬਾਈਲਸ ਦਾ। ਤਾਂ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਲੜਾਈ ਬੜੀ ਵੱਡੀ ਸੀਗੀ। ਔਰ ਜਦੋਂ ਤੁਸੀਂ ਦੋਨਾਂ ਦਾ ਫਰਕ ਦੇਖਦੇ ਹੋ, ਚਾਹੇ ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਤਾਂ ਜ਼ਮੀਨ ਅਸਮਾਨ ਦਾ ਫਰਕ ਹੈ ਦੋਵਾਂ ਧਿਰਾਂ ਦੇ ਵਿੱਚ। ਸੋ ਇਸ ਕਰਕੇ ਹਮੇਸ਼ਾ ਗਾਜ ਜਿਹੜੀ ਹੈਗੀ ਹੈ ਗਰੀਬ ਦੇ ਉੱਤੇ ਗਿਰਦੀ ਹੈ। ਸੋ ਇਹ ਹੁਣ ਵੀ ਇਹੀ ਹੋਇਆ ਕਿ ਗਰੀਬ ਨੂੰ ਜਿਹੜਾ ਹੈਗਾ ਉਹ ਗਰੀਬ ਡਰਾਈਵਰ ਹੈ, ਹੁਣ ਜਿਹੜਾ ਹੈਗਾ ਗਰੀਬ ਉਮੀਦਵਾਰ ਦਾ ਡਰਾਈਵਰ ਵੀ ਵਿਚਾਰਾ ਗਰੀਬ ਹੀ ਹੋਊਗਾ। ਸੋ ਇਸ ਕਰਕੇ ਇਹ ਜਿਹੜਾ ਹੈਗਾ ਮਸਲਾ ਹੁਣ ਕਿਉਂਕਿ ਅਦਾਲਤ ਦੇ ਵਿੱਚ ਜਾਏਗਾ ਔਰ ਅਦਾਲਤ ਨੂੰ ਵੀ ਚਾਹੀਦਾ ਹੈ ਕਿ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਵੇ ਔਰ ਜਿਹੜਾ ਵੀ ਕਸੂਰਵਾਰ ਹੈ ਉਹਦੇ ਉੱਤੇ ਜਿਹੜਾ ਹੈਗਾ ਕਾਰਵਾਈ ਹੋਣੀ ਚਾਹੀਦੀ ਹੈ, ਨਾ ਕਿ ਝੂਠੀ ਜਿਹੜੀ ਹੈ FIR ਹੈ ਜਾਂ ਕੋਈ ਵੀ ਝੂਠ ਹੈ ਉਹਦੇ ਉੱਤੇ ਜਿਹੜਾ ਹੈਗਾ ਇਹ ਕੰਮ ਜਿਹੜਾ ਹੈਗਾ ਨਹੀਂ ਹੋਣਾ ਚਾਹੀਦਾ। ਸਗੋਂ ਜਿਹੜਾ ਹੈਗਾ ਫੈਸਲਾ ਜਿਹੜਾ ਹੋਣਾ ਚਾਹੀਦਾ ਉਹ ਕਾਨੂੰਨਾਂ ਦੇ ਮੁਤਾਬਕ ਔਰ ਤੱਥਾਂ ਦੇ ਆਧਾਰ ਦੇ ਉੱਤੇ ਹੋਣਾ ਚਾਹੀਦਾ ਹੈ, ਨਾ ਕਿ ਇਦਾਂ ਮਤਲਬ ਪੈਸੇ ਦੇ ਜਿਹੜੀ ਹੈਗੀ ਹੈ ਤਾਕਤ ਦੇ ਜ਼ੋਰ ਦੇ ਉੱਤੇ। ਖਾਨ ਸਾਹਿਬ ਜੀ ਬਿਲਕੁਲ। ਡਾਕਟਰ ਸਾਹਿਬ, ਅਕਸਰ ਮੈਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਇੱਕ ਗੱਲ ਕੀਤੀ ਸੀ ਕਿ ਜਿਹੜੀ ਅੰਮ੍ਰਿਤਸਰ ਪੂਰਬੀ ਸੀਟ ਆ, ਸਭ ਤੋਂ ਵੱਧ ਨਜ਼ਰ ਉਸੇ ਸੀਟ ਦੇ ਉੱਤੇ ਸੀ, ਸਭ ਤੋਂ ਵੱਧ ਉਸੇ ਦੇ ਉੱਤੇ ਨਜ਼ਰਾਂ ਟਿਕੀਆਂ ਹੋਈਆਂ ਸੀ ਕਿ ਆਖਰ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਮਜੀਠੀਆ ਦੋ ਅਜਿਹੇ ਧਾਕੜ ਉਮੀਦਵਾਰ ਉੱਥੋਂ ਚੋਣ ਮੈਦਾਨ ਦੇ ਵਿੱਚ ਸੀ ਜੋ ਕਿ ਇੱਕ ਦੂਜੇ ਦੇ ਤੇ ਬਿਆਨਬਾਜ਼ੀਆਂ ਕਰਨ ਤੋਂ ਗੁਰੇਜ਼ ਨਹੀਂ ਕਰਦੇ, ਵੀ ਬਾਕੀ ਦੇ ਨਾਲ ਬੋਲਦੇ ਨੇ, ਵੱਡੇ ਬਿਆਨ ਦੇ ਜਾਂਦੇ ਨੇ, ਥਾਪੀਆਂ ਮਾਰਦੇ ਨੇ, ਮੁੱਛ ਦਾ ਸਵਾਲ ਕਹਿ ਦਿੰਦੇ ਨੇ। ਸਭ ਦੀਆਂ ਨਜ਼ਰਾਂ ਉਸੇ ਤੇ ਬਣੀਆਂ ਸੀ, ਪਰ ਉਸਦੇ ਉੱਤੇ ਵੋਟ ਪਰਸੈਂਟਿੰਗ ਦੇਖੀ ਜਾਵੇ ਤਾਂ ਕਾਫੀ ਜ਼ਿਆਦਾ ਘੱਟ ਹੋਈ ਹੈ। ਇਸ ਦਾ ਕਾਰਨ ਕੀ ਮੰਨਦੇ ਹੋ, ਕੀ ਸਮਝਦੇ ਹੋ ਕਿ ਇਹ ਜਿਹੜੇ ਨੇ ਨਿੱਜੀ ਤੌਰ ਤੇ ਹੋ ਕੇ ਚੱਲ ਰਹੇ ਸੀ, ਉਸਦਾ ਹੀ ਨੁਕਸਾਨ ਹੋਇਆ ਇਹਨਾਂ ਨੂੰ? ਬਿਲਕੁਲ। ਮੈਂ ਦੇਖੋ, ਜਿਵੇਂ ਪਹਿਲਾਂ ਵੀ ਮੈਂ ਕਹਿ ਕੇ ਹਟਿਆ ਕਿ ਜਿਹੜੀਆਂ ਵੀ ਰਵਾਇਤੀ ਪਾਰਟੀਆਂ ਨੇ, ਚਾਹੇ ਉਹ ਅਕਾਲੀ ਦਲ ਹੈ, ਚਾਹੇ BJP ਹੈ, ਚਾਹੇ ਕਾਂਗਰਸ ਹੈ, ਇਹਨਾਂ ਦੀ ਵੋਟ ਪ੍ਰਤੀਸ਼ਤ ਖਾਸ ਤੌਰ ਤੇ ਸ਼ਹਿਰਾਂ ਦੇ ਵਿੱਚ ਬਹੁਤ ਘਟਿਆ। ਤੁਸੀਂ ਕੋਈ ਵੀ ਸ਼ਹਿਰ ਚੱਕ ਲਓ, ਚਾਹੇ ਪਟਿਆਲਾ ਲੈ ਲਓ, ਤੁਸੀਂ ਪਟਿਆਲਾ 1 ਦੀ ਸ਼ਹਿਰੀ ਵੋਟ ਲੈ ਲਓ, ਬਹੁਤ ਘਟੀ ਹੈ।
ਔਰ ਇਸ ਤੋਂ ਇਲਾਵਾ ਤੁਸੀਂ ਚਾਹੇ ਬਾਕੀ ਸ਼ਹਿਰ ਲੈ ਲਓ, ਇੱਥੋਂ ਤੱਕ ਕਿ ਅੰਮ੍ਰਿਤਸਰ ਲੈ ਲਓ, ਉੱਥੇ ਵੀ ਜਿਹੜੀ ਹੈਗੀ ਹੈ ਵੋਟ ਪ੍ਰਤੀਸ਼ਤ ਘਟੀ ਹੈ। ਤਰਨ ਤਾਰਨ ਲੈ ਲਓ। ਯਾਨੀ ਕਿ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹੀ ਹੈ ਕਿ ਜਿਹੜੇ ਰਵਾਇਤੀ ਪਾਰਟੀਆਂ ਦੇ ਰਵਾਇਤੀ ਵੋਟਰ ਸੀਗੇ, ਉਹਨਾਂ ਦੇ ਵਿੱਚ ਤੁਹਾਨੂੰ ਨਿਰਾਸ਼ਾ ਵੇਖਣ ਨੂੰ ਮਿਲੀ ਹੈ, ਉਦਾਸੀਨਤਾ ਵੇਖਣ ਨੂੰ ਮਿਲੀ ਹੈ। ਪਿਛਲੇ ਸਾਲਾਂ ਦੀ ਜਿਹੜੀ ਕਾਰਵਾਈ ਰਹੀ ਹੈ, ਚਾਹੇ ਉਹ ਅਕਾਲੀਆਂ ਦੀ ਦੇਖ ਲਓ, ਚਾਹੇ ਉਹ ਕਾਂਗਰਸੀਆਂ ਦੀ ਦੇਖ ਲਓ, ਚਾਹੇ ਬੀਜੇਪੀ ਦੀ ਦੇਖ ਲਓ, ਉਹਦੇ ਤੋਂ ਲੋਕ ਨਿਰਾਸ਼ ਸੀਗੇ, ਦੁਖੀ ਸੀਗੇ ਔਰ ਅੱਕੇ ਹੋਏ ਸੀਗੇ। ਇਸ ਕਰਕੇ ਉਹ ਅੱਕੇ ਹੋਏ ਔਰ ਨਿਰਾਸ਼ ਲੋਕ ਜਿਹੜੇ ਨੇ, ਉਹਨਾਂ ਨੇ ਇਹੀ ਸੋਚਿਆ ਵੀ ਸਾਨੂੰ ਘਰੇ ਬੈਠਣ 'ਚ ਹੀ ਫਾਇਦਾ ਹੈ। ਜੇਕਰ ਅਸੀਂ ਬਾਹਰ ਜਾਵਾਂਗੇ ਤਾਂ ਨੈਚੁਰਲੀ ਤੌਰ ਤੇ ਸਾਡੇ ਤੋਂ ਮੰਗ ਕੀਤੀ ਜਾਏਗੀ ਕਿ ਆਪਣੀ ਪਾਰਟੀ ਨੂੰ ਵੋਟਾਂ ਪਾਓ। ਪਰ ਉਹਨਾਂ ਨੇ ਐਤਕੀ ਫੈਸਲਾ ਇਹੀ ਲਿਆ ਕਿ ਸਾਨੂੰ ਤਾਂ ਘਰੇ ਬੈਠ ਕੇ ਹੀ ਅਸੀਂ ਇਹੀ ਕਹਾਂਗੇ ਕਿ ਅਸੀਂ ਨਾ ਇੱਧਰ ਵੋਟ ਪਾਈਏ ਨਾ ਉਧਰ, ਇਸ ਕਰਕੇ ਅਸੀਂ ਨਿਊਟਰਲ ਰਹਿਣਾ ਹੈ, ਇਸ ਕਰਕੇ ਅਸੀਂ ਵੋਟ ਪਾਉਣ ਜਾਣਾ ਹੀ ਨਹੀਂ ਹੈ। ਸੋ ਕਹਿਣ ਦਾ ਮਤਲਬ ਹੈ ਕਿ ਦੋਵੇਂ ਪਾਰਟੀਆਂ ਨੂੰ, ਚਾਹੇ ਅਕਾਲੀ ਦਲ ਹੈ ਚਾਹੇ ਕਾਂਗਰਸ ਹੈ, ਦੋਵੇਂ ਪਾਰਟੀਆਂ ਦੇ ਜਿਹੜੇ ਵੋਟਰ ਨੇ ਉਹ ਵੋਟ ਪਾਉਣ ਨਹੀਂ ਗਏ। ਔਰ ਇਹਦਾ ਫਾਇਦਾ, ਜਿਵੇਂ ਮੈਂ ਕਹਿ ਰਿਹਾ ਕਿ ਇਹਦਾ ਫਾਇਦਾ ਤੀਜੀ ਧਿਰ ਨੂੰ ਹੋਣ ਵਾਲਾ ਹੈ ਔਰ ਤੀਜੀ ਧਿਰ ਦੇ ਵੋਟਰਾਂ ਨੇ ਉਤਸ਼ਾਹ ਦਿਖਾਇਆ ਹੈ। ਉਹ ਵੋਟਰ ਜਿਹੜੇ ਨੇ ਅੱਗੇ ਆਏ ਨੇ ਔਰ ਉਹਨਾਂ ਨੇ ਜਿੰਨੀ ਕੀ ਪਰਸੈਂਟੇਜ ਪਈ ਹੈ, ਚਾਹੇ ਉਹ 60% ਤੋਂ ਘੱਟ ਵੋਟ ਪਈ ਹੈ ਸ਼ਹਿਰਾਂ ਦੇ ਵਿੱਚ, ਪਰ ਇਹਦਾ ਮਤਲਬ ਹੈ ਕਿ ਉਹੀ ਲੋਕ ਅੱਗੇ ਆਏ ਨੇ ਜਿਹੜੇ ਬਦਲਾਅ ਚਾਹੁੰਦੇ ਸੀਗੇ, ਜਿਹੜੇ ਨਵੇਂ ਵੋਟਰ ਸੀਗੇ, ਜਿਨ੍ਹਾਂ ਦੇ ਮਨ ਦੇ ਵਿੱਚ ਸੀਗਾ ਕਿ ਇਸ ਵਾਰੀ ਅਸੀਂ ਨਵੀਂ ਚੇਂਜ ਲੈ ਕੇ ਆਉਣੀ ਹੈ, ਬਦਲਾਅ ਲੈ ਕੇ ਆਉਣਾ। ਬਹੁਤੇ ਲੋਕਾਂ ਦੇ ਵਿੱਚ ਉਸ ਤਰ੍ਹਾਂ ਦਾ ਉਤਸ਼ਾਹ ਤੁਹਾਨੂੰ ਦੇਖਣ ਨੂੰ ਮਿਲੇਗਾ ਔਰ ਇਹਦਾ ਨਤੀਜਾ ਜਿਹੜਾ ਹੈਗਾ ਕਾਫੀ ਉਲਟ ਪੁਲਟ ਹੋਏਗਾ। ਔਰ ਮੈਂ ਫੇਰ ਕਹਾਂਗਾ, ਇਸ ਵਾਰੀ ਦੇ ਨਤੀਜੇ ਬਿਲਕੁਲ ਹੈਰਾਨ ਕਰਨ ਵਾਲੇ ਹੋਣਗੇ ਔਰ ਬਿਲਕੁਲ ਤੁਸੀਂ ਸੋਚਿਆ ਵੀ ਨਹੀਂ ਹੋਏਗਾ ਕਿ ਕਿਹੜੇ ਵੱਡੇ ਵੱਡੇ ਦਰਖਤ ਉਹ ਗਿਰ ਗਏ ਔਰ ਨਵੇਂ ਦਰਖਤ ਉਹਨਾਂ ਦੀ ਥਾਂ ਆ ਗਏ। ਜਿਵੇਂ ਆਪਾਂ ਇੱਕ ਪੰਜਾਬੀ ਦੀ ਬੋਲੀ ਹੈ ਕਿ ਪਿੱਪਲ ਦੇ ਪੱਤਿਆਂ ਵੇ ਕਿਉਂ ਖੜਖੜ ਲਾਈ ਹੈ, ਪੱਤ ਝੜੇ ਪੁਰਾਣੇ ਵੇ ਰੁੱਤ ਨਵਿਆਂ ਦੀ ਆਈ ਹੈ। ਸੋ ਕਹਿਣ ਦਾ ਮਤਲਬ ਹੈ ਕਿ ਹੁਣ ਤੁਹਾਨੂੰ ਇਹ ਨਵੇਂ ਬੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਦੇ ਵਿੱਚ ਨਜ਼ਰ ਆਉਣਗੇ। ਜਿਵੇਂ 17 ਦੇ ਵਿੱਚ ਪਹਿਲੀ ਵਾਰੀ ਨਵੇਂ ਬੰਦਿਆਂ ਨੂੰ ਲੋਕਾਂ ਨੇ ਚਾਂਸ ਦਿੱਤਾ ਸੀਗਾ, 20 ਬੰਦੇ ਉਹਨਾਂ ਨੂੰ ਬਿਲਕੁਲ ਨਵੇਂ ਬੰਦੇ ਉਹ ਲੈ ਕੇ ਆਏ ਸੀਗੇ। ਇਸੇ ਤਰ੍ਹਾਂ ਦਾ ਹੁਣ ਜਿਹੜੀਆਂ ਸੰਭਾਵਨਾਵਾਂ ਜ਼ਿਆਦਾ ਨਜ਼ਰ ਆ ਰਹੀਆਂ ਨੇ, ਉਹ ਨਵੀਂ ਸਿਆਸਤ ਦਾ ਆਗਾਜ਼ ਆਪਾਂ ਕਹਿ ਸਕਦੇ ਹਾਂ ਕਿ 22 ਦੀਆਂ ਚੋਣਾਂ ਦੇ ਵਿੱਚ ਹੋਇਆ। ਔਰ ਨਵੀਂ ਸਿਆਸਤ ਦਾ ਮਤਲਬ ਹੈ ਕਿ ਨਵੀਂ ਪਾਰਟੀਆਂ ਨੂੰ ਲੋਕ ਜਿਹੜੇ ਨੇ ਉਹ ਜ਼ਿਆਦਾ ਪਸੰਦ ਕਰ ਰਹੇ ਨੇ। ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਦਾ ਵੋਟਰ ਜਿਹੜਾ ਹੈਗਾ ਉਦਾਸ ਹੈ, ਨਿਰਾਸ਼ ਹੈ ਔਰ ਘਰੇ ਬੈਠਾ ਹੈ। ਇਸ ਕਰਕੇ ਉਹ ਬਹੁਤਾ ਬਾਹਰ ਨਹੀਂ ਦਿਖਾਈ ਤੁਹਾਨੂੰ ਦੇਵੇਗਾ। ਇਸ ਕਰਕੇ ਵੋਟ ਪ੍ਰਤੀਸ਼ਤ ਜਿਹੜੀ ਹੈਗੀ ਹੈ ਘਟੀ ਵੀ ਹੈ ਸ਼ਹਿਰਾਂ ਦੇ ਵਿੱਚ। ਔਰ ਸ਼ਹਿਰਾਂ ਦੇ ਵਿੱਚ ਇਹਨਾਂ ਦੋਵਾਂ ਪਾਰਟੀਆਂ ਨੂੰ, ਰਵਾਇਤੀ ਪਾਰਟੀਆਂ ਨੂੰ, ਖਾਸ ਤੌਰ ਤੇ ਆਪਾਂ ਕਹਿ ਸਕਦੇ ਅਕਾਲੀ ਦਲ ਨੂੰ, ਬੀਜੇਪੀ ਨੂੰ ਔਰ ਕਾਂਗਰਸ ਨੂੰ, ਤਿੰਨਾਂ ਪਾਰਟੀਆਂ ਨੂੰ ਹੀ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਖਾਨ ਸਾਹਿਬ ਜੀ ਬਿਲਕੁਲ। ਡਾਕਟਰ ਸਾਹਿਬ, ਆਖਿਰ ਦੇ ਵਿੱਚ ਇਹ ਜਾਣ ਲੈਂਦੇ ਆ ਕਿ ਤੁਸੀਂ ਕੀ ਮੰਨਦੇ ਹੋ, ਕਿਹੜੀ ਪਾਰਟੀ ਕਿਹੜੇ ਨੰਬਰ ਤੇ ਚੱਲ ਸਕਦੀ ਆ ਹੁਣ? ਕਿਉਂਕਿ ਵੋਟ ਪਰਸੈਂਟਿੰਗ ਵੀ ਆ ਚੁੱਕੀ ਹੈ, ਫਾਈਨਲ ਵੋਟ ਪਰਸੈਂਟਿੰਗ ਆ ਚੁੱਕੀ ਹੈ ਤੇ ਲੋਕਾਂ ਦਾ ਰੁਝਾਨ ਵੀ ਦੇਖ ਲਿਆ, ਲੋਕਾਂ ਦਾ ਉਤਸ਼ਾਹ ਜੋਸ਼ ਵੀ ਦੇਖ ਲਿਆ। ਹੁਣ ਨਤੀਜੇ ਦੇਖਣੇ ਬਾਕੀ ਨੇ। ਤੇ ਪਰ ਇਹ ਹੁੰਦਾ ਕਿ ਪੱਤਰਕਾਰ ਤਾਂ ਉਹ ਹੁੰਦੇ ਨੇ, ਕਹਿੰਦੇ ਵੀ ਜਿਹੜੇ ਹਵਾ ਦੇ ਵਿੱਚੋਂ ਵੀ ਸੁਗੰਧ ਲੈ ਕੇ ਦੱਸ ਦਿੰਦੇ ਨੇ ਕਿ ਹਾਂ ਭਾਈ ਕੀ ਚੀਜ਼ ਹੈ ਇਹ। ਤੇ ਆਪਾਂ ਇੱਕ ਤੁਹਾਡੇ ਤੋਂ ਐਨਾਲਿਸਿਸ ਦੇ ਜਿਹੜੇ ਤੁਸੀਂ ਕਰੋ ਤਾਂ ਉਸਦੇ ਵਿੱਚ ਇਹ ਕਿ ਕਿਹੜੀ ਪਾਰਟੀ ਕਿਹੜੇ ਪਾਸੇ ਨੂੰ ਆ, ਕਿਹੜੀ ਪਾਰਟੀ ਦਾ ਜ਼ਿਆਦਾ ਜ਼ੋਰ ਆ, ਕਿਹੜੀ ਪਾਰਟੀ ਕਿੱਥੇ ਕੁ ਸਟੈਂਡ ਕਰ ਰਹੀ ਆ? ਖਾਨ ਸਾਹਿਬ ਦੇਖੋ, ਪੰਜਾਬ ਜਿਹੜਾ ਹੈਗਾ ਪਿੰਡਾਂ ਦਾ ਪ੍ਰਦੇਸ਼ ਕਿਹਾ ਜਾਂਦਾ ਹੈ, ਪਿੰਡਾਂ ਦੀ ਪ੍ਰਾਂਤ ਕਿਹਾ ਜਾਂਦਾ ਹੈ, ਪਿੰਡਾਂ ਦੀ ਸਟੇਟ ਕਿਹਾ ਜਾਂਦਾ ਹੈ। 12,500 ਪਿੰਡ ਨੇ ਪੰਜਾਬ ਦੇ ਵਿੱਚ। ਲਗਭਗ ਆਪਾਂ ਕਹਿ ਸਕਦੇ ਹਾਂ ਕਿ ਪਿੰਡਾਂ ਦੇ ਵਿੱਚ ਜਿਸ ਕਿਸਮ ਦਾ ਉਤਸ਼ਾਹ ਵੇਖਣ ਨੂੰ ਮਿਲਿਆ ਔਰ ਜਿਸ ਕਿਸਮ ਦੇ ਨਾਲ ਉੱਥੇ VOTING ਹੋਈ ਹੈ ਔਰ ਲਗਭਗ 80%, 70-80% VOTING ਪਿੰਡਾਂ ਦੇ ਵਿੱਚ ਹੋਈ ਹੈ, ਤਾਂ ਇੱਥੋਂ ਅੰਦਾਜ਼ਾ ਇਹੀ ਹੈ ਕਿ ਲੋਕ ਨਵੇਂ ਬਦਲਾਅ ਨੂੰ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਜਿਹੜਾ ਸੀਗਾ ਨਵੇਂ ਬਦਲਾਅ ਵੱਲ ਗਏ ਹੈ। ਰਵਾਇਤੀ ਪਾਰਟੀਆਂ ਤੋਂ ਜਿਹੜਾ ਹੈਗਾ ਬਿਲਕੁਲ ਉਹਨਾਂ ਨੇ ਬਗਾਵਤ ਕੀਤੀ ਹੈ। ਇਸ ਕਰਕੇ ਪਿੰਡਾਂ ਦੀਆਂ ਜਿਹੜੀਆਂ ਵੋਟਾਂ ਨੇ, ਪਿੰਡਾਂ ਦੀਆਂ ਜਿਹੜੀਆਂ ਸੀਟਾਂ ਨੇ, ਉਹਦੇ ਵਿੱਚ ਆਮ ਆਦਮੀ ਪਾਰਟੀ ਨੰਬਰ 1 ਤੇ ਤੁਹਾਨੂੰ ਦਿਖਾਈ ਦੇਵੇਗੀ। ਇਸ ਤਰ੍ਹਾਂ ਜਦੋਂ ਅਸੀਂ ਸ਼ਹਿਰਾਂ ਦੀ ਗੱਲ ਕਰਦੇ ਹਾਂ, ਸ਼ਹਿਰਾਂ ਦੇ ਵਿੱਚ ਤੁਹਾਨੂੰ ਹੰਗ ਜਿਹੜੀ ਹੈਗੀ ਹੈ ਪਾਰਟੀਆਂ ਤੁਹਾਨੂੰ ਦਿਖਾਈ ਦੇਣਗੀਆਂ, ਜਿਹਦੇ ਵਿੱਚ ਲਗਭਗ ਬਰਾਬਰ ਦੀਆਂ ਸੀਟਾਂ ਨੇ। ਉਹਦੇ ਵਿੱਚ ਅਕਾਲੀ ਦਲ ਵੀ ਲਗਭਗ ਬਰਾਬਰ ਹੈ, ਉਹਦੇ ਵਿੱਚ ਹੋ ਸਕਦਾ ਹੈ ਕਾਂਗਰਸ ਵੀ ਲਗਭਗ ਬਰਾਬਰ ਦੀ ਹੋ ਸਕਦੀ ਹੈ, ਔਰ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਔਰ ਬੀਜੇਪੀ ਨੂੰ, ਯਾਨੀ ਕਿ 4 ਹਿੱਸਿਆਂ ਦੇ ਵਿੱਚ ਜਿਹੜੀ ਹੈਗੀ ਹੈ ਸ਼ਹਿਰੀ ਵੋਟ ਵੰਡੀ ਜਾ ਸਕਦੀ ਹੈ। ਔਰ ਇਹਦਾ ਫਾਇਦਾ ਕਿਹਨੂੰ ਹੋਏਗਾ ਇਹ ਤਾਂ ਹੁਣ ਸਮਾਂ ਦੱਸੇਗਾ। ਪਰ ਕੁੱਲ ਮਿਲਾ ਕੇ ਜਦੋਂ ਅਸੀਂ ਦੇਖਣ ਦੀ ਕੋਸ਼ਿਸ਼ ਕਰਾਂਗੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਨੂੰ ਬਣਦੀ ਦਿਖਾਈ ਦੇ ਰਹੀ ਹੈ। ਨੰਬਰ 1 ਦੀ ਪਾਰਟੀ ਜਿਹੜੀ ਬਣ ਰਹੀ ਹੈ ਮੇਰੀ ਨਜ਼ਰ ਦੇ ਵਿੱਚ, ਉਹ ਆਮ ਆਦਮੀ ਪਾਰਟੀ ਬਣੇਗੀ, ਕਿਉਂਕਿ ਪਿੰਡਾਂ ਦੇ ਵਿੱਚ ਜ਼ਿਆਦਾ ਸੀਟਾਂ ਨੇ
ਔਰ ਉਹਦਾ ਫਾਇਦਾ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੂੰ ਹੋ ਰਿਹਾ ਹੈ। ਔਰ ਇਸ ਕਰਕੇ ਸ਼ਹਿਰਾਂ ਦੇ ਵਿੱਚ ਵੀ ਉਹਨੂੰ ਲਗਭਗ 25-30% ਸੀਟਾਂ ਜਿਹੜੀਆਂ ਨੇ ਉਹ ਮਿਲ ਸਕਦੀਆਂ ਨੇ। ਸੋ ਇਸ ਕਰਕੇ ਕੁੱਲ ਮਿਲਾ ਕੇ ਜਦੋਂ ਅਸੀਂ ਪਿੰਡਾਂ ਤੇ ਸ਼ਹਿਰਾਂ ਦਾ ਐਨਾਲਿਸਿਸ ਕਰਾਂਗੇ ਤਾਂ ਆਮ ਆਦਮੀ ਪਾਰਟੀ ਨੂੰ ਹੀ ਫਾਇਦਾ ਜਿਹੜਾ ਹੈਗਾ ਹੋਏਗਾ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੀਆਂ ਜ਼ਿਆਦਾ ਸੰਭਾਵਨਾਵਾਂ ਦਿਖਾਈ ਦੇ ਰਹੀਆਂ ਨੇ। ਖਾਨ ਸਾਹਿਬ ਜੀ ਜੀ ਬਿਲਕੁਲ ਡਾਕਟਰ ਸਾਹਿਬ, ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਕੀਮਤੀ ਸਮਾਂ ਦਿੱਤਾ, ਤੱਥਾਂ ਦੇ ਆਧਾਰ ਦੇ ਉੱਤੇ, ਤਰਕ ਦੇ ਆਧਾਰ ਦੇ ਉੱਤੇ ਸਹੀ ਸਪਸ਼ਟ ਤੇ ਸਟੀਕ ਸਰਵੇ ਜਿਹੜਾ ਆ ਦਰਸ਼ਕਾਂ ਤੱਕ ਪਹੁੰਚਾਇਆ, ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਸੋ ਸਾਰੇ ਹੀ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਇੰਨਾ ਪਿਆਰ ਦਿੰਦੇ ਨੇ। ਸੋ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ। ਦਰਸ਼ਕਾਂ ਨੂੰ ਵੀ ਅਪੀਲ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ, ਤਾਂ ਜੋ ਤੁਹਾਡੇ ਸੁਝਾਅ ਦੇ ਰਾਹੀਂ ਅਸੀਂ ਪ੍ਰੋਗਰਾਮ ਦੇ ਵਿੱਚ ਕੋਈ ਤੱਥ ਤੇ ਪੱਖ ਰੱਖ ਸਕੀਏ। ਤੁਸੀਂ ਆਪਣੇ ਕਮੈਂਟ ਜ਼ਰੂਰ ਕਰਿਆ ਕਰੋ, ਅਸੀਂ ਤੁਹਾਡੇ ਕਮੈਂਟਾਂ ਦੇ ਉੱਤੇ ਨਜ਼ਰ ਜ਼ਰੂਰ ਮਾਰਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਚੱਲਿਆ ਇਜਾਜ਼ਤ ਲੈਣ ਦਾ, ਅਗਲੇ ਪ੍ਰੋਗਰਾਮ 'ਚ ਮਿਲਦੇ ਹਾਂ। ਦਿਓ ਇਜਾਜ਼ਤ, ਧੰਨਵਾਦ।